Good afternoon everyone. We are going to start this reading class. ਇਹਦੇ ਵਿੱਚ ਤੁਹਾਨੂੰ ਮੈਂ ਦੱਸਾਂਗਾ ਕਿ ਆਪਾਂ ਮਲਟੀਪਲ ਚੁਆਇਸ ਕੁਐਸਚਨਸ ਨੂੰ ਕਿਸ ਤਰੀਕੇ ਨਾਲ ਕਰਨਾ ਹੈ। ਇਸ ਤੋਂ ਪਹਿਲਾਂ ਵੀ ਆਪਾਂ ਕਈ ਵੀਡੀਓਜ਼ ਅਪਲੋਡ ਕੀਤੀਆਂ YouTube ਚੈਨਲ ਤੇ, ਬੜੇ ਵਧੀਆ ਸਾਨੂੰ ਰਿਸਪੌਂਸ ਮਿਲੇ, ਫੋਨ ਕਾਲਸ ਆਈਆਂ, WhatsApp ਤੇ ਮੈਸੇजेस ਆਏ ਕਿ ਸਾਨੂੰ ਰੀਡਿੰਗ ਟਿਪਸ ਸਾਡੀਆਂ ਸਮਝ ਲੱਗੀਆਂ। ਸੋ ਉਹਨਾਂ ਨੂੰ ਅੱਗੇ ਵਧਾਉਂਦੇ ਹੋਏ ਕਿ ਅੱਜ ਆਪਾਂ ਇਹ ਜਿਹੜੀ ਰੀਡਿੰਗ ਕਲਾਸ ਦੇਣ ਲੱਗੇ ਆ ਇਹ ਹੈਗੀ ਆ ਮਲਟੀਪਲ ਚੁਆਇਸ ਕੁਐਸਚਨਸ ਦੀ। ਇਸ ਤੋਂ ਪਹਿਲਾਂ ਵੀ 3 to 4 ਵੀਡੀਓਜ਼ ਆਰ ਅਵੇਲੇਬਲ ਕਿ ਜਿਹਦੇ 'ਚ ਆਪਾਂ ਦੱਸਿਆ ਹੋਇਆ ਆਪਣੇ ਚੈਨਲ ਤੇ ਕਿ ਆਪਾਂ ਮਲਟੀਪਲ ਚੁਆਇਸ ਕੁਐਸਚਨਸ ਨੂੰ ਕਿਸ ਤਰੀਕੇ ਨਾਲ ਕਰਨਾ ਹੈ। ਉਹੀ ਚੀਜ਼ ਨੂੰ ਮੈਂ ਅੱਗੇ ਲੈ ਕੇ ਆ ਰਿਹਾ ਕਿ ਮੈਂ ਇੱਕ ਹੋਰ ਵੀਡੀਓ ਅਪਲੋਡ ਕਰਨ ਜਾ ਰਿਹਾ ਕੈਂਬਰਿਜ ਆਇਲਸ ਬੁੱਕ ਨੰਬਰ 16 ਦੀ। ਵੈਸੇ ਤਾਂ ਹੁਣ ਰੀਸੈਂਟਲੀ ਬੁੱਕ ਨੰਬਰ 17 ਆ ਗਈ ਹੋਈ ਹੈ, ਬਟ 16 ਬੁੱਕ ਇੱਕ ਇਦਾਂ ਦੀ ਬੁੱਕ ਹੈ ਜਿਹਦੇ 'ਚ ਮੈਕਸਿਮਮ ਮਲਟੀਪਲ ਚੁਆਇਸ ਕੁਐਸਚਨ ਪਾਏ ਗਏ ਹੈ। ਆਇਲਸ ਦੀਆਂ ਬਹੁਤ ਘੱਟ ਬੁੱਕਸ ਦੇ ਵਿੱਚ ਮਲਟੀਪਲ ਚੁਆਇਸ ਕੁਐਸਚਨਸ ਆਏ ਆ ਬਟ ਠੀਕ ਠਾਕ ਆਏ ਆ, ਬਟ 16 ਦੇ ਵਿੱਚ ਬਹੁਤ ਜ਼ਿਆਦਾ ਆਏ ਆ। ਸੋ ਅੱਜ ਦੇ ਮੈਂ ਇਸ ਲੈਕਚਰ ਦੇ ਵਿੱਚ 4 ਵੀਡੀਓਜ਼ ਅਪਲੋਡ ਕਰਾਂਗਾ। ਅੱਜ ਦੇ ਨਾਮ ਤੋਂ ਜੁਲਾਈ 16 ਦੇ ਨਾਮ ਤੋਂ ਬੁੱਕ 16 ਅਪਡੇਟ ਕਰਕੇ ਮੈਂ 4 ਵੀਡੀਓਜ਼ ਅਪਲੋਡ ਕਰਾਂਗਾ ਕੰਸੈਕਟਿਵਲੀ। ਤੁਸੀਂ ਉਹ ਦੇਖ ਲਿਓ। ਉਹ ਸਾਰੀਆਂ ਮਲਟੀਪਲ ਚੁਆਇਸ ਕੁਐਸਚਨਸ ਜੋ ਕਿ ਬੱਚਿਆਂ ਨੂੰ ਬਹੁਤ ਟਿਪੀਕਲ ਲੱਗਦੇ ਹੈ, ਤੇ ਉਹਦੇ ਨਾਲ ਹੀ ਸਮਰੀ ਬਲੈਂਕਸ, ਆ ਦੋ ਚੀਜ਼ਾਂ ਮੈਂ ਕਵਰ ਅਪ ਕਰਾਂਗਾ, ਮਲਟੀਪਲ ਚੁਆਇਸ ਕੁਐਸਚਨਸ ਐਂਡ ਸਮਰੀ ਬਲੈਂਕਸ। ਉਸ ਤੋਂ ਬਾਅਦ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਹੈ ਸਾਨੂੰ ਕੰਟੈਕਟ ਕਰੋ, ਫੀਲ ਫ੍ਰੀ ਕਰੋ ਕਿ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਸੋ ਫਸਟ ਇਜ਼ ਦਾ ਫਿਊਚਰ ਆਫ ਵਰਕ। ਜੋ ਬੱਚੇ ਮੇਰੇ ਨਾਲ ਕਲਾਸ 'ਚ ਬੈਠੇ ਹੈ ਸਾਰੇ ਦੇ ਕੋਲ ਆਪਣੀਆਂ ਬੁਕਲੇਟਸ ਅਵੇਲੇਬਲ ਨੇ। ਦਾ ਫਿਊਚਰ ਆਫ ਵਰਕ, ਦਾ ਫਿਊਚਰ ਆਫ ਵਰਕ ਟੈਸਟ 1 ਹੈ, ਪੈਸੇਜ 3 ਹੈ ਬੁੱਕ 16 ਦਾ। ਠੀਕ ਹੈ, ਇਹਦੇ ਵਿੱਚ ਆਪਾਂ ਸਭ ਤੋਂ ਪਹਿਲੇ ਮਲਟੀਪਲ ਚੁਆਇਸ ਕੁਐਸਚਨ ਕਰਾਂਗੇ। ਫਸਟ ਆਫ ਆਲ ਇਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂਗਾ ਕਿ ਮਲਟੀਪਲ ਚੁਆਇਸ ਕੁਐਸਚਨ ਨੂੰ ਕਰਨ ਦਾ ਤਰੀਕਾ ਕੀ ਹੁੰਦਾ ਹੈ। ਮਲਟੀਪਲ ਚੁਆਇਸ ਕੁਐਸਚਨ ਨੂੰ ਕਰਨ ਦੇ ਕਈ ਤਰੀਕੇ ਹੈ। ਠੀਕ ਹੈ, ਕਈ ਵੇਜ਼ ਨੇ ਇਹਨਾਂ ਨੂੰ ਕਰਨ ਦੇ। ਜਿਹੜਾ ਸਭ ਤੋਂ ਪਹਿਲਾ ਵੇ ਕੀ ਹੈ, ਜੇ ਉਹਨੇ ਤੁਹਾਨੂੰ ਕਿਹਾ ਹੋਇਆ ਹੈ ਕਿ ਰਾਈਟਰ ਨੇ ਪਹਿਲੇ ਪੈਰਾਗ੍ਰਾਫ 'ਚ ਕੀ ਗੱਲ ਕੀਤੀ ਹੈ, ਇਹਦੇ ਵਿੱਚ ਪੂਰਾ ਪਹਿਲਾ ਪੈਰਾਗ੍ਰਾਫ ਨਹੀਂ ਪੜ੍ਹੀਦਾ। ਦੇਖੋ ਹਰ ਕਿਸੇ ਦਾ ਆਪਣਾ ਤਰੀਕਾ ਹੁੰਦਾ ਕੰਮ ਕਰਨ ਦਾ ਤੇ ਕੰਮ ਕਰਾਉਣ ਦਾ। ਮੇਰਾ ਆਪਣਾ ਤਰੀਕਾ ਹੈ, ਮੈਂ ਕਿਸੇ ਦਾ ਤਰੀਕਾ ਫੋਲੋ ਨਹੀਂ ਕਰਦਾ। ਕੰਮ ਕਰਨਾ ਕਿਸ ਤਰੀਕੇ ਨਾਲ ਹੈ, ਜੇ ਉਹ ਤੁਹਾਨੂੰ ਕਹਿੰਦਾ ਪਿਆ ਰਾਈਟਰ ਨੇ ਫਸਟ ਪੈਰਾਗ੍ਰਾਫ 'ਚ ਕੀ ਕਿਹਾ ਤੇ ਆਪਾਂ ਸਾਰਾ ਪਹਿਲਾ ਪੈਰਾਗ੍ਰਾਫ ਪੜ੍ਹਨਾ ਨਹੀਂ ਸ਼ੁਰੂ ਕਰ ਦੇਣਾ। ਆਪਾਂ ਸਭ ਤੋਂ ਪਹਿਲਾਂ ਕੀ ਕਰਨਾ ਹੈ, 4 ਆਪਾਂ ਨੂੰ ਮਲਟੀਪਲ ਚੁਆਇਸ ਆਨਸਰ ਦਿੱਤੇ ਹੋਏ ਆ ਜਿੰਦੇ ਚੋਂ ਇੱਕ ਠੀਕ ਹੈ। 4 ਆਨਸਰਸ ਆਰ ਗਿਵਨ ਟੂ ਅਸ, 4 ਆਪਸ਼ਨਸ ਆਰ देयर ਐਂਡ 1 ਇਜ਼ ਕਰੈਕਟ। ਇੱਕ ਆਪਸ਼ਨ ਉਹਨਾਂ ਵਿੱਚੋਂ ਕੀ ਹੈ, ਕਰੈਕਟ ਹੈ। ਆਪਾਂ ਕੀ ਕਰਨਾ ਹੈ, ਇਹਦੇ ਵਿੱਚ ਸਭ ਤੋਂ ਪਹਿਲਾਂ ਸਿਨੋਨਿਮ ਫਾਈਂਡ ਆਊਟ ਕਰਨੇ ਹੈ, ਕੀਵਰਡ ਫਾਈਂਡ ਆਊਟ ਕਰਨੇ ਹੈ। 4 ਪੜ੍ਹੇ, 4 ਦੇ ਵਿੱਚ ਆਪਾਂ ਨੂੰ ਇੱਕ ਵਾਰ ਪੜ੍ਹ ਕੇ ਦਿਮਾਗ ਦੇ ਵਿੱਚ ਪੈ ਗਿਆ। ਠੀਕ ਹੈ, ਇਹ ਵੀ ਕੋਈ ਜ਼ਰੂਰੀ ਨਹੀਂ ਕਿ ਆਪਾਂ ਹਰ ਚੀਜ਼ ਇੰਗਲਿਸ਼ 'ਚ ਹੀ ਕਰਨੀ ਹੈ। ਮੰਨਿਆ ਟੈਸਟ ਇੰਗਲਿਸ਼ 'ਚ ਹੈ, ਪਰ ਲੱਭਣ ਦਾ ਤਰੀਕਾ ਤੁਹਾਡਾ ਆਪਣਾ ਹੈ ਨਾ। ਠੀਕ ਹੈ ਨਾ, ਯੂ ਹੈਵ ਟੂ ਗੈਟ ਯੂਰ ਵੇ ਆਫ ਗੈਟਿੰਗ ਕਰੈਕਟ ਆਨਸਰ। ਪਿਓਰ ਆਨਸਰ ਕੀ ਹੈ, ਤੁਸੀਂ ਚਾਰੋਂ ਹੈਡਿੰਗਸ ਪੜ੍ਹ ਲਓ ਕੀ ਦਿੱਤੀਆਂ ਹੋਈਆਂ, ਇਧਰੋਂ ਪੈਰਾਗ੍ਰਾਫ ਪੜ੍ਹ ਲਓ, ਜਿੱਥੇ ਤੁਹਾਡਾ ਕੀਵਰਡ ਮੈਚ ਕਰ ਗਿਆ ਦੈਟ ਵਿਲ ਬੀ ਦਾ ਆਨਸਰ। ਉਹ ਚੀਜ਼ ਸਾਡੀ ਆਨਸਰ ਬਣ ਕੇ ਚਲੀ ਜਾਊਗੀ। ਅਦਰਵਾਈਜ਼ ਉਹਨਾਂ ਨੇ ਕਿਹਾ ਹੁੰਦਾ ਹੈ ਕਿਸੇ ਸਾਇੰਟਿਸਟ ਨੇ ਜਾਂ ਕਿਸੇ ਪਰਸਨ ਨੇ ਇਹ ਗੱਲ ਕਹੀ ਹੈ, ਦੱਸੋ ਚਾਰਾਂ ਚੋਂ ਕਿਹੜਾ ਠੀਕ ਹੈ, ਉਦੋਂ ਨਹੀਂ ਕੀਵਰਡ ਫਾਈਂਡ ਕਰਨਾ। ਉਦੋਂ ਸਿੱਧਾ ਪੈਰਾਗ੍ਰਾਫ 'ਚ ਜਾਓ, ਦੇਖੋ ਉਸ ਬੰਦੇ ਨੇ ਕਿਹੜੀ ਗੱਲ ਕਹੀ ਹੈ, ਕਿਵੇਂ ਕਹੀ ਹੈ, ਇਧਰੋਂ ਤੁਸੀਂ ਮੈਚ ਕਰ ਲਓ। ਮਤਲਬ ਦੋ ਤਰੀਕੇ ਹੈ। ਜੇ ਉਹਨੇ ਕਿਹਾ ਪੂਰੇ ਪੈਰਾਗ੍ਰਾਫ 'ਚ ਕੀ ਕਿਹਾ, ਉਦੋਂ ਪੂਰਾ ਪੈਰਾਗ੍ਰਾਫ ਨਹੀਂ ਪੜ੍ਹਨਾ, ਪਹਿਲੇ ਆਪਸ਼ਨਸ ਪੜ੍ਹਨੀਆਂ ਫਿਰ ਪੈਰਾ ਵੱਲ ਜਾਣਾ। ਜੇ ਉਹਨੇ ਕਿਹਾ ਕਿਸੇ ਇਨਸਾਨ ਨੇ ਕੀ ਕਿਹਾ, ਫਿਰ ਪੈਰਾਗ੍ਰਾਫ ਵੱਲ ਜਾ ਕੇ ਇਨਸਾਨ ਵਾਲੀ ਲਾਈਨ ਪੜ੍ਹ ਕੇ ਫਿਰ ਇੱਧਰ ਆਣਾ ਆਪਾਂ ਵਾਪਸ। ਤੇ ਮੈਂ ਗਾਰੰਟੀ ਲੈਣਾ ਆਹੀ ਤਰੀਕੇ ਨਾਲ ਤੁਹਾਡੇ ਸਾਰੇ MCQ ਠੀਕ ਹੋਣਗੇ। ਉਸ ਤੋਂ ਬਾਅਦ ਸਿੰਪਲ ਤਰੀਕਾ ਉਹ ਕੀ ਹੈ, ਜਾਂ ਤਾਂ ਪਰਫੈਕਟ ਆਨਸਰ ਫਾਈਂਡ ਕਰ ਲਓ ਕਿ ABCD ਦੇ ਵਿੱਚ ਆ C ਸਹੀ ਆਨਸਰ ਹੈ, ਫਾਈਂਡ ਕਰ ਲਿਆ, ਤੇ ਜਾਂ 3 ਨੂੰ ਗਲਤ ਸਾਬਿਤ ਕਰ ਦਿਓ। ਮੀਨ ਟੂ ਸੇ, ਆਈ ਹੋਪ ਤੁਸੀਂ ਮੇਰਾ ਪੁਆਇੰਟ ਸਮਝਣ ਦੀ ਕੋਸ਼ਿਸ਼ ਕੀਤੀ ਮੈਂ ਕੀ ਕਹਿ ਰਿਹਾ। ਜਾਂ ਤੁਸੀਂ ਇਦਾਂ ਕਰੋ, ਜਿਹੜਾ ਇੱਕ ਆਨਸਰ ਠੀਕ ਹੈ ਉਹਨੂੰ ਫਾਈਂਡ ਕਰ ਲਓ, ਤੇ ਜਾਂ ਜੇ ਤੁਹਾਨੂੰ ਠੀਕ ਆਨਸਰ ਨਹੀਂ ਮਿਲ ਰਿਹਾ, ਬਾਕੀ 3 ਮਿਲੇ ਹੋਏ ਆ, ਉਹ 3 ਨੂੰ ਗਲਤ ਫਾਈਂਡ ਕਰ ਦਿਓ, ਗਲਤ ਕਹਿ ਦਿਓ। ਜੇ 3 ਆਟੋਮੈਟਿਕਲੀ ਗਲਤ ਹੋ ਗਏ ਤਾਂ ਇੱਕ ਉਸੇ ਹਿਸਾਬ ਨਾਲ ਸਹੀ ਹੋ ਗਿਆ। ਬਸ ਆਹ ਵੇ ਦੇ ਨਾਲ ਆਪਾਂ ਕੰਮ ਕਰਨਾ ਹੈ। ਇਜ਼ ਇਟ ਕਲੀਅਰ ਟੂ ਐਵਰੀਵਨ? ਸੋ ਦਾ ਫਸਟ ਪੈਰਾਗ੍ਰਾਫ ਟੈਲਸ ਅਸ ਅਬਾਊਟ, ਪਹਿਲੇ ਪੈਰਾਗ੍ਰਾਫ ਨੇ ਆਪਾਂ ਨੂੰ ਕੀ ਗੱਲ ਕੀਤੀ ਹੈ। ਠੀਕ ਹੈ, ਪਹਿਲੇ ਪੈਰਾਗ੍ਰਾਫ ਸਾਰੇ ਦੀ ਗੱਲ ਕਰ ਰਿਹਾ ਸਟੂਡੈਂਟਸ ਉਹ। ਸੋ ਇਹਦਾ ਮਤਲਬ ਆਪਾਂ ਨੂੰ ਪਹਿਲੇ ਕੀ ਕਰਨਾ ਪੈਣਾ? ਹਾਂ ਦੱਸੋ ਪਲੀਜ਼। ਆਪਸ਼ਨਸ ਰੀਡ ਕਰਨੀ ਹੈ। ਕਿਉਂ? ਪਹਿਲੇ ਸਾਰਾ ਪੈਰਾਗ੍ਰਾਫ ਪੜਾਂਗੇ ਫਿਰ ਆਪਸ਼ਨਸ ਵੱਲ ਆਵਾਂਗੇ। ਕਈ ਬੱਚਿਆਂ ਨੂੰ ਆਹ ਤਰੀਕਾ ਡਿਫਿਕਲਟ ਲੱਗਦਾ ਹੈ। ਸੋ ਸਭ ਤੋਂ ਪਹਿਲੇ ਆਪਸ਼ਨਸ ਰੀਡ ਕਰੋ।
ਆਪਸ਼ਨ ਦੇ ਵਿੱਚ ਕੀ ਹੈ। ਸੋ ਪਲੀਜ਼ ਫਸਟ ਇਜ਼ ਉਹਨੇ ਤੁਹਾਨੂੰ ਪਹਿਲੇ ਪੈਰਾਗ੍ਰਾਫ 'ਚ ਕੀ ਕਿਹਾ ਹੈ, the kinds of jobs that will be most affected by the growth of AI। मतलब देखा जाए इन कीवर्ड किहड़े आ अपने कोल, कीवर्ड अगे ने jobs that will be most affected by AI growth। AI की है आर्टिफिशियल इंटैलीजेंस। AI ਦੇ ਆਉਣ ਨਾਲ ਕਿਹੜੀਆਂ ਜੌਬਸ ਹੋਣਗੀਆਂ ਜਿਨ੍ਹਾਂ ਨੂੰ ਅਫੈਕਟ ਪਊਗਾ। ਅਫੈਕਟ ਮਾੜਾ ਵੀ ਹੋ ਸਕਦਾ ਹੈ, ਚੰਗਾ ਵੀ ਹੋ ਸਕਦਾ ਹੈ। ਪਹਿਲਾ ਕਲੀਅਰ ਹੋ ਗਿਆ ਤੁਹਾਨੂੰ, ਠੀਕ ਹੈ। ਦਾ ਐਕਸਟੈਂਟ ਤੁਹਾਡਾ ਕੀਵਰਡ ਹੈ ਟੂ ਵਿਚ AI will alter the nature of the work that people do। ਇੱਕ ਲੈਵਲ ਐਕਸਟੈਂਟ ਆਪਾਂ ਐਸੇ ਯੂਜ਼ ਕਰਦੇ ਆ ਨਾ, ਟੂ ਵਾਟ ਐਕਸਟੈਂਟ ਯੂ ਐਗਰੀ ਔਰ ਡਿਸਐਗਰੀ। ਐਕਸਟੈਂਟ ਦਾ ਮਤਲਬ ਹੁੰਦਾ ਹੈ ਇੱਕ ਲੈਵਲ, ਠੀਕ ਹੈ। ਇੱਕ ਲੈਵਲ ਦੀ ਗੱਲ ਕੀਤੀ ਗਈ ਹੈ ਜਿੱਥੇ ਆ ਕੇ AI ਜੌਬ ਕਰਨ ਦੇ ਤਰੀਕੇ ਨੂੰ ਬਦਲ ਦੂਗਾ। ਮੇਰਾ ਪੁਆਇੰਟ ਕਲੀਅਰ ਹੋਇਆ ਸਾਰਿਆਂ ਨੂੰ। ਮੈਂ ਜਾਣ ਕੇ ਟਾਈਮ ਜ਼ਿਆਦਾ ਲਗਾਵਾਂਗਾ ਕਿ ਇੱਕ ਵਾਰ ਤੁਹਾਡਾ ਬੇਸ ਪੱਕਾ ਬਣ ਜੇ, ਅੱਗੇ ਤੁਹਾਨੂੰ ਇਹਨਾਂ ਦਿਮਾਗ ਨਹੀਂ ਲਗਾਉਣਾ ਪੈਣਾ। ਤੇ ਜਦੋਂ ਵੀ MCQ ਆਉਂਦੇ ਆ ਇਹਦੇ ਨਾਲ ਸਮਰੀ ਬਲੈਂਕਸ ਆਉਂਦੇ ਹੀ ਆਉਂਦੇ ਆ। 90% ਉਮੀਦ ਹੁੰਦੀ ਹੈ ਤੁਹਾਨੂੰ ਸਮਰੀ ਬਲੈਂਕ ਦੁਬਾਰਾ ਤੋਂ ਪੜ੍ਹਨ ਦੀ ਲੋੜ ਨਹੀਂ ਹੁੰਦੀ ਜੇ MCQ ਚੱਜ ਨਾਲ ਪੜਿਆ ਹੋ। ਮੇਰਾ ਪੁਆਇੰਟ ਸਮਝਿਆ ਨਾ ਤੁਸੀਂ ਸਾਰੇ ਜਾਣੇ। ਬਸ ਉਸ ਤੋਂ ਬਾਅਦ ਐਕਸਟੈਂਟ ਦੀ ਗੱਲ ਕੀਤੀ ਹੈ, ਕਿਸੇ ਐਕਸਟੈਂਟ ਤੱਕ ਆ ਚੀਜ਼ ਨੂੰ ਬਦਲਿਆ ਗਿਆ। ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਇਸ ਕੰਮ ਕਰਨ ਦੇ ਤਰੀਕੇ ਨੂੰ ਕਿਸੇ ਲੈਵਲ ਤੱਕ ਬਦਲਿਆ। ਪੁਆਇੰਟ ਇਜ਼ ਕਲੀਅਰ। ਅਗਲਾ ਦਾ ਪ੍ਰਪੋਰਸ਼ਨ मतलब परसेंटेज। एक परसेंटेज की गल की गई है ऑफ द वर्ल्ड लेबर फोर्स हु विल हैव जॉब्स इन द AI इन द फ्यूचर। जिन्हां कोल आर्टिफिशियल इंटैलीजेंस दे विच जॉब्स होणगियां आने वाले समय च। एक परसेंटेज की गल की गई है। मेरा पॉइंट क्लीयर होया सारिਆਂ ਨੂੰ। ਤੁਸੀਂ ध्यान नाल देखो B ਤੇ C किते ना किते सेम ने दोनों यानी। B च गल की है एक एक्सटेंट, जिस एक्सटेंट तक जॉब करने का तरीका बदल जाऊगा। C च गल की गई है एक प्रपोर्शन जिन्हें दुनिया की लेबर फोर्स ਨੂੰ ਹੀ बदल के रख देना AI ਦੇ ਆਨ ਕਰਕੇ। पॉइंट इज क्लियर। लास्ट द डिफरेंस बिटवीन वेज that embodied and disembodied AI will impact on a worker। ਇਹਦਾ ਮਤਲਬ AI ਦੋ ਤਰ੍ਹਾਂ ਦੀ ਹੈ, ਇੱਕ embodied ਤੇ ਇੱਕ disembodied। ਇਹਨਾਂ ਨੂੰ ਡਿਫਰੈਂਸ ਕੀ ਹੈ ਜਿਹੜਾ ਆ ਕਿਸੇ ਵਰਕਰ ਦੇ ਕੰਮ ਕਰਨ ਦੇ ਤਰੀਕੇ ਤੇ ਅਫੈਕਟ ਕਰਦਾ ਹੈ। ਪੁਆਇੰਟ ਆਈ ਹੋਪ ਇਜ਼ ਕਲੀਅਰ ਟੂ ਐਵਰੀवन। ਚਾਰੋਂ ਆਪਸ਼ਨਸ ਕਲੀਅਰ ਹੋ ਗਈਆਂ ਸਾਰਿਆਂ। ਚਲੋ ਪੈਰਾਗ੍ਰਾਫ 1। ਜੇ ਪੈਰਾਗ੍ਰਾਫ 1 ਦੇ ਵਿੱਚ ਆਈਏ ਉਹ ਕੀ ਗੱਲ ਕਰਦਾ ਪਿਆ ਹੈ, ਅਕੋਰਡਿੰਗ ਟੂ ਅ ਲੀਡਿੰਗ ਬਿਜ਼ਨਸ ਕੰਸਲਟੈਂਸੀ, ਕਿ ਇੱਕ ਬਹੁਤ ਵੱਡੀ ਕੰਸਲਟੈਂਸੀ ਦੇ ਅਕੋਰਡਿੰਗਲੀ ਵੇਖੀਏ 3 to 14%। ਤੁਸੀਂ ਕਹੋਗੇ ਪਰਸੈਂਟ ਆ ਗਿਆ, ਦਿਮਾਗ ਤੇ ਹਿੱਟ ਕੀਤਾ ਕੁਝ ਕਿ ਜਾਂ ਦਾ ਆਨਸਰ C ਹੈ ਪ੍ਰਪੋਰਸ਼ਨ ਵਾਲਾ ਤੇ ਜਾਂ ਆਨਸਰ B ਹੈ ਐਕਸਟੈਂਸ਼ਨ ਵਾਲਾ। ਮੇਰਾ ਪੁਆਇੰਟ ਕਲੀਅਰ ਹੋਇਆ ਨਾ। ਪਰ ਮੈਕਸਿਮਮ ਬੱਚੇ ਕੀ ਕਰਦੇ ਆ ਇਹਦੇ ਚ ਆਨਸਰ C ਲਗਾ ਦੇਣਗੇ ਪ੍ਰਪੋਰਸ਼ਨ ਵਾਲਾ, ਕਿ ਪ੍ਰਪੋਰਸ਼ਨ ਦਿੱਤੀ ਹੋਈ ਹੈ। ਪ੍ਰਪੋਰਸ਼ਨ ਉਦੋਂ ਲੱਗਦੀ ਹੈ ਜਦੋਂ ਉਹਨੇ ਜਾਂ ਤਾਂ ਲਿਖਿਆ ਹੁੰਦਾ 3% ਤੇ ਜਾਂ ਦਿੱਤਾ ਹੁੰਦਾ 14%, ਪਰ ਉਹਨੇ ਕੀ ਕਿਹਾ ਹੋਇਆ 3 to 14%। ਇਹਦਾ ਮਤਲਬ ਉਹ ਕਿਹਦੀ ਗੱਲ ਕਰਦਾ ਪਿਆ, ਐਕਸਟੈਂਟ ਦੀ, ਕਿ ਜਾਂ ਤਾਂ 3% ਦੀ ਐਕਸਟੈਂਟ ਹੋ ਸਕਦੀ ਹੈ ਜਾਂ 5 ਦੀ ਹੋ ਸਕਦੀ ਹੈ ਜਾਂ 9 ਦੀ ਹੋ ਸਕਦੀ ਹੈ, 11 ਦੀ ਵੀ ਹੋ ਸਕਦੀ ਹੈ, ਪਰ ਵੱਧ ਤੋਂ ਵੱਧ ਕਿੰਨਾ ਹੋ ਸਕਦਾ ਹੈ 14%। what the person is talking about extension। ਆਪਾਂ ਐਸੇ ਚ ਲਿਖਦੇ ਆ ਨਾ I agree with the statement up to a small extent मतलब 30%, up to major extent मतलब 70%, partially agree ਕਰਦੇ ਆ ਇਹਦਾ ਮਤਲਬ 50%। ਮਤਲਬ ਆਹ ਚੀਜ਼ਾਂ ਲੈ ਕੇ ਚੱਲਣੀਆਂ। so the person is talking about extent and ਇਹਦੇ ਵਿੱਚ ਉਹਨੇ ਕੀ ਕਿਹਾ 3 to 14% of the global workforce will need to switch to a different occupation within next 10 to 15 years। ਆਉਣ ਵਾਲੇ ਸਮੇਂ ਦੇ 10 ਤੋਂ 15 ਸਾਲ ਚ ਕਹਿੰਦਾ 3 ਤੋਂ ਲੈ ਕੇ 14% ਲੋਕਾਂ ਨੂੰ ਆਪਣੇ ਕੰਮ ਕਰਨ ਦੇ ਤਰੀਕੇ ਨੂੰ ਬਦਲਣਾ ਪੈਣਾ ਜੀ। ਸੋ ਉਹਨੇ ਪ੍ਰਪੋਰਸ਼ਨ ਦੀ ਗੱਲ ਕੀਤੀ ਜ਼ਰੂਰ ਹੈ, ਬਟ ਦਿਸ ਪ੍ਰਪੋਰਸ਼ਨ ਇਜ਼ ਅਨਸਟੇਬਲ। ਸਟੇਬਲ ਤਾਂ ਨਹੀਂ ਹੈਗੀ। ਉਹ 3 ਤੋਂ 14% ਦੇ ਵਿੱਚ ਘੁਮਾ ਰਿਹਾ ਆਪਾਂ ਨੂੰ। ਸੋ ਕਿਹਦੀ ਗੱਲ ਕਰਦਾ ਪਿਆ ਐਕਸਟੈਂਸ਼ਨ ਦੀ। ਸੋ 3 ਤੋਂ 14% ਕੀ ਹੋਇਆ ਐਕਸਟੈਂਡ। ਸੋ ਆਨਸਰ ਵਿਲ ਬੀ B। ਪੁਆਇੰਟ ਇਜ਼ ਕਲੀਅਰ ਟੂ एवरीवन। ਕੋਈ ਬੱਚਾ ਜਿਹਨੂੰ ਨਾ ਕਲੀਅਰ ਹੋਇਆ ਹੋਵੇ ਪਲੀਜ਼ ਆਸਕ ਮੀ। Is it clear? Yes, sir. Okay. So next, according to the second paragraph, अगले paragraph के accordingly, what is Stella view of the knowledge economy? ਜਿਹੜੇ ਸਟੈਲਾ ਪਚੀਦੀ ਨੇ ਇਹਨਾਂ ਦਾ ਨੌਲੇਜ ਇਕਨੋਮੀ ਬਾਰੇ ਕੀ ਵਿਊ ਹੈ।
ਸੋ ਮੈਂ ਸਟਾਰਟ ਕਰਨ ਤੋਂ ਪਹਿਲਾਂ ਤੁਹਾਡੀ ਨੀਂਹ ਮਜ਼ਬੂਤ ਕਰਕੇ ਆਇਆ ਇੱਕ ਤਰੀਕੇ ਨਾਲ ਕਿ ਆਪਾਂ ਜੇ ਰਾਈਟਰ ਦਾ ਨਾਮ ਦਿੱਤਾ ਹੈ, ਆਥਰ ਦਿੱਤਾ, ਕੋਈ ਇਨਸਾਨ ਦੇ ਦਿੱਤਾ, ਉਦੋਂ ਪਹਿਲੇ ਹੁਣ ਆਪਸ਼ਨਸ ਪੜ੍ਹਨ ਦੀ ਜ਼ਰੂਰਤ ਆਪਾਂ ਨੂੰ ਨਹੀਂ ਹੈ। ਹੁਣ ਆਪਾਂ ਕੀ ਪੜ੍ਹਨਾ ਹੈ? ਪੈਰਾਗ੍ਰਾਫ। ਸੋ ਸਟੈਲਾ ਪਚੀਦੀ ਨੇ ਗਲੋਬਲ ਇਕਨੋਮੀ ਇਹਦੀ ਗੱਲ ਕੀਤੀ ਹੈ, ਸੌਰੀ ਨੌਲੇਜ ਇਕਨੋਮੀ ਦੀ ਗੱਲ ਕੀਤੀ ਹੈ। ਉਹਦਾ ਕੀ ਸੋਚ ਹੈ, ਉਹਦੇ ਅਕੋਰਡਿੰਗਲੀ ਨੌਲੇਜ ਇਕਨੋਮੀ ਕੀ ਹੈ? ਆਹੀ ਆਨਸਰ ਕੁਐਸਚਨ ਹੈ ਕਿ ਸਟੈਲਾ ਦੇ ਅਕੋਰਡਿੰਗਲੀ ਨੌਲੇਜ ਇਕਨੋਮੀ ਕੀ ਹੈ। ਠੀਕ ਹੈ, ਸੋ ਪਲੀਜ਼ ਟਰਾਈ ਟੂ ਫਾਈਂਡ ਇਟ। ਸੈਕਿੰਡ ਪੈਰਾਗ੍ਰਾਫ ਦੇ ਸਟਾਰਟਿੰਗ ਤੇ ਹੀ ਹੈ, ਡਾਕਟਰ ਸਟੈਲਾ ਪਚੀਦੀ from Cambridge Judge Business School believes that some of the most fundamental changes are happening as a result of the algorithmication ਮੈਥਮੈਟਿਕਸ ਦਾ ਕਨਸੈਪਟ ਹੈ ਜਦੋਂ ਐਲਗੋਰਿਦਮ ਲੱਗਦੇ ਆ, ਇੱਕ ਫਲੋ ਚਾਰਟ ਬਣਦਾ ਹੁੰਦਾ ਐਲਗੋਰਿਦਮ ਦੇ ਵਿੱਚ, ਠੀਕ ਹੈ, of jobs that are dependent on data rather than on production, the so called knowledge economy. Point clear? ਕਹਿੰਦਾ ਨੌਲੇਜ ਇਕਨੋਮੀ ਕਿਹਨੂੰ ਕਿਹਾ ਜਾਂਦਾ ਹੈ? ਵਾਟ ਇਜ਼ ਦਾ ਮੀਨਿੰਗ ਆਫ ਨੌਲੇਜ ਇਕਨੋਮੀ? ਦਾ ਕਲੈਕਸ਼ਨ ਆਫ ਡੇਟਾ ਰੈਦਰ ਦੈਨ ਪ੍ਰੋਡਕਸ਼ਨ। ਉਹਦਾ ਮਤਲਬ ਆ ਹੈ ਪ੍ਰੋਡਕਸ਼ਨ ਨਾ ਕਰੀ ਚੱਲੋ, ਆ ਨਾ ਹੋਵੇ ਕਿ ਤੁਸੀਂ ਕਹੋ ਅਸੀਂ ਪ੍ਰੋਡਕਸ਼ਨ ਕਰੀ ਜਾ ਰਹੇ ਹਾਂ, ਇਹਦਾ ਮਤਲਬ ਹੈਗਾ ਨੌਲੇਜ ਇਕਨੋਮੀ। ਇਹ ਗਲਤ ਹੈ। ਨੌਲੇਜ ਇਕਨੋਮੀ ਦਾ ਮਤਲਬ ਕੀ ਹੈ? ਕਲੈਕਸ਼ਨ ਆਫ ਡੇਟਾ ਰੈਦਰ ਦੈਨ ਪ੍ਰੋਡਕਸ਼ਨ। ਸੋ ਮੇਨ ਫੋਕਸ ਕਿਹਦੇ ਉੱਤੇ ਕੀਤਾ ਗਿਆ ਹੈ? ਡਾਟਾ ਉੱਪਰ। ਕਿਹਦੇ ਉੱਪਰ? ਡਾਟਾ ਉੱਪਰ, ਨਾ ਕਿ ਪ੍ਰੋਡਕਸ਼ਨ ਦੇ ਉੱਪਰ। ਸੋ ਆਪਣੇ ਕੋਲ ਸਭ ਤੋਂ ਮੋਟਾ ਕੀਵਰਡ ਕੀ ਬਣ ਕੇ ਆ ਗਿਆ ਇੱਥੇ? ਦਾ ਕਲੈਕਸ਼ਨ ਆਫ ਡਾਟਾ। ਇਜ਼ ਇਟ ਕਲੀਅਰ ਟੂ एवरीवन? ਸੋ ਫਾਈਂਡ ਕਰੋ, ਇੱਧਰ ਆ ਜਾਓ। ਸੋ ਇਟ ਇਜ਼ ਹੈਵਿੰਗ ਐਨ ਇਨਫਲੂਐਂਸ ਔਨ ਦਾ ਨੰਬਰ ਆਫ ਜੌਬਸ ਅਵੇਲੇਬਲ। ਇਹਦੀ ਇਨਫਲੂਐਂਸ ਹੈ, ਮਤਲਬ ਇਹਦਾ ਇਫੈਕਟ ਹੈ ਕਿੰਨੀਆਂ ਨੌਕਰੀਆਂ ਅਵੇਲੇਬਲ ਹੈ। ਕਿਤੇ ਆਨਸਰ ਸੀਗਾ ਆਲਾ? ਕਿਤੇ ਆਨਸਰ ਸੀਗਾ ਆਲਾ? ਸੋ ਇਹ ਆਨਸਰ ਕਿੱਧਰ ਚਲਾ ਗਿਆ? ਨੋਟ ਗਿਵਨ। ਟਰੂ ਫॉल्स ਸਰਪੇ ਨਾਲ ਹੀ। ਸੋ ਇਟ ਇਜ਼ ਨੋਟ ਗਿਵਨ। ਮੈਂ ਕ੍ਰੋਸ ਕਰ ਦਿੰਨਾ ਜੀ ਇਹਨੂੰ। ਤੁਸੀਂ ਆਪਣੀਆਂ ਸ਼ੀਟਸ ਤੇ ਗੰਦ ਨਹੀਂ ਮਾਰਨਾ, ਗੰਦਗੀ ਵਿੱਚ ਦੀਵਾਰ ਤੋਂ ਬੱਚਾ ਕੁਝ ਨਹੀਂ ਕਰ ਸਕਦਾ, ਠੀਕ ਹੈ? ਮੈਨੂੰ ਸਮਝੋ ਬਸ। ਅਗਲਾ ਆ ਗਿਆ, ਇਟ ਇਜ਼ ਚੇਂਜਿੰਗ ਪੀਪਲ ਐਟੀਟਿਊਡ ਟੂਵਰਡ देयर ਆਕਿਊਪੇਸ਼ਨ। ਆਕਿਊਪੇਸ਼ਨ ਬਾਰੇ ਕੋਈ ਬੰਦੇ ਦਾ ਐਟੀਟਿਊਡ ਬਦਲਿਆ? ਕੋਈ ਹੁਣ ਤੁਸੀਂ ਕਹੋ ਅੱਗੇ ਪੜ੍ਹ ਲਓ ਜੀ, ਕੀ ਪਤਾ ਅੱਗੇ ਆਕਿਊਪੇਸ਼ਨ ਬਦਲਿਆ ਹੋਏ। ਐਵੇਂ ਤਾਂ ਫਿਰ 4-5 ਕਿਤਾਬਾਂ ਹੋਰ ਰੱਖ ਲਓ ਨਾਲ, ਉਹ ਵੀ ਪੜ੍ਹੀ ਚੱਲੋ ਕਿ ਕਦੀ ਨਾ ਕਦੀ ਆਕਿਊਪੇਸ਼ਨ ਬਦਲ ਜੇ। ਪੇਪਰ 'ਚ ਆਪਾਂ ਨੂੰ 1 ਘੰਟਾ ਮਿਲਦਾ ਹੈ, ਥੋੜਾ ਸਪੀਡ ਤੇ ਚੱਲਣਾ ਹੁੰਦਾ, ਪਿਆਰ ਨਹੀਂ ਪਾਣਾ ਕਿਸੇ ਕੁਐਸਚਨ ਦੇ ਨਾਲ। ਸੋ ਇਹ ਵੀ ਨੋਟ ਗਿਵਨ ਹੋ ਗਿਆ। ਅਗਲਾ, ਇਟ ਇਜ਼ ਦਾ ਮੇਨ ਰੀਜ਼ਨ ਵਾਈ ਪ੍ਰੋਡਕਸ਼ਨ ਸੈਕਟਰ ਇਜ਼ ਡਿਕਲਾਈਨਿੰਗ। ਕਿਤੇ ਉਹਨੇ ਪ੍ਰੋਡਕਸ਼ਨ ਸੈਕਟਰ ਦੇ ਡਿੱਗਣ ਦੀ ਗੱਲ ਕੀਤੀ ਹੈ? ਉਹਨੇ ਆ ਕਿਹਾ ਭਾਈ ਸਾਹਿਬ ਜਿਹੜੀ ਨੌਲੇਜ ਇਕਨੋਮੀ ਹੈ ਇਹਦਾ ਮਤਲਬ ਆ ਨਹੀਂ ਪ੍ਰੋਡਕਸ਼ਨ ਕਰੋ, ਇਹਦਾ ਮਤਲਬ ਆਹ ਹੈ ਕਿ ਨੌਲੇਜ ਕਲੈਕਟ ਕਰੋ, ਡਾਟਾ ਕਲੈਕਟ ਕਰੋ। ਸੋ 3 ਗਲਤ ਹੋ ਗਏ ਆਪਣੇ। ਇਹਦਾ ਮਤਲਬ ਬਚਿਆ ਹੀ ਇੱਕ ਹੈ, ਇਟ ਇਜ਼ ਅ ਕੀ ਫੈਕਟਰ। ਕੀ ਫੈਕਟਰ ਮਤਲਬ ਮੇਜਰ ਫੈਕਟਰ ਡਰਾਈਵਿੰਗ ਕਰੰਟ ਡਿਵੈਲਪਮੈਂਟਸ ਇਨ ਦਾ ਵਰਕਫੋਰਸ, ਵਰਕਪਲੇਸ। ਦੱਸੋ ਹੁਣ ਆਨਸਰ ਹੋ ਜਾਊਗਾ ਕਿਵੇਂ? ਐਕਸਪਲੇਨ ਕਰੋ। ਧਿਆਨ ਨਾਲ ਇਸ ਪੁਆਇੰਟ ਨੂੰ ਦੇਖਦੇ ਆਓ ਕਿ ਇਹ ਆਨਸਰ ਕਿਸ ਤਰੀਕੇ ਨਾਲ ਆਂਦਾ ਪਿਆ ਆਪਣੇ ਕੋਲ। ਇਟ ਇਜ਼ ਅ ਕੀ ਫੈਕਟਰ ਡਰਾਈਵਿੰਗ ਕਰੰਟ ਡਿਵੈਲਪਮੈਂਟਸ ਇਨ ਦਾ ਵਰਕਪਲੇਸ। ਕਿਹੜੀ ਕਰੰਟ ਡਿਵੈਲਪਮੈਂਟ ਆਈ ਹੈ? ਨੌਲੇਜ ਇਕਨੋਮੀ। ਨੌਲੇਜ ਇਕਨੋਮੀ ਦਾ ਕੀ ਮਤਲਬ ਹੈ ਕਿ ਤੁਸੀਂ ਪ੍ਰੋਡਕਸ਼ਨ ਸੈਕਟਰ ਨੂੰ ਸਟਾਪ ਕਰੋ। ਤੁਸੀਂ ਮੇਨ ਫੋਕਸ ਕਿੰਦੇ ਉੱਪਰ ਕਰਨਾ ਹੈ? ਡਾਟਾ ਸੈਕਟਰ ਦੇ ਉੱਪਰ, ਕਿ ਡਾਟਾ ਕਲੈਕਟ ਕਰੋ, ਪ੍ਰੋਡਕਸ਼ਨ ਬਾਅਦ ਵਿੱਚ ਕਰ ਲਿਓ। ਸੋ ਉਹਨੇ ਮੇਜਰ ਪੁਆਇੰਟ ਲੈ ਕੇ ਚੱਲਿਆ ਹੋਇਆ ਆਪਣੇ ਕੋਲ ਉਹ ਕਿ ਇਟ ਇਜ਼ ਅ ਕੀ ਫੈਕਟਰ, ਇਟ ਇਜ਼ ਅ ਮੇਜਰ ਫੈਕਟਰ ਡਰਾਈਵਿੰਗ ਕਰੰਟ ਡਿਵੈਲਪਮੈਂਟ। ਕਰੰਟ ਡਿਵੈਲਪਮੈਂਟ ਕਿਹੜੀ ਆਈ ਹੈ ਆਪਣੇ ਕੋਲ ਕਿ ਪ੍ਰੋਡਕਸ਼ਨ ਸੈਕਟਰ ਨੂੰ ਬੰਦ ਕਰੋ ਤੇ ਕਿਹੜੇ ਸੈਕਟਰ ਤੇ ਫੋਕਸ ਕਰੋ? ਡਾਟਾ ਸੈਕਟਰ ਤੇ। ਸੋ ਇਜ਼ ਇਟ ਕਲੀਅਰ ਟੂ एवरीवन? ਯੈਸ ਸਰ। ਸੋ ਇਟ ਇਜ਼ ਨੋਨ ਐਸ ਨੌਲੇਜ ਇਕਨੋਮੀ। 2 ਪੁਆਇੰਟ ਕਵਰ ਹੋਏ ਸਾਰਿਆਂ ਨੂੰ? ਕਿਸੇ ਬੱਚੇ ਨੂੰ ਅਗਰ ਨਾ ਕਲੀਅਰ ਹੋਇਆ ਹੈਂਡ ਰੇਸ ਕਰੋ, ਮੈਂ ਸਮਝਾ ਦੇਣਾ ਨਾਲ। ਹਾਂਜੀ, ਕੀ ਪ੍ਰੋਬਲਮ ਆਈ ਇਹਦੇ ਵਿੱਚ? ਹਾਂ, ਵਰਕਪਲੇਸ ਦਾ ਮਤਲਬ ਕੀ ਹੈ? ਜੌਬ ਸੈਕਟਰ। ਜਿੱਥੇ ਵੀ ਆਪਾਂ ਜੌਬ ਕਰਦੇ ਹਾਂ, ਦੈਟ ਇਜ਼ ਨੋਨ ਐਜ਼ ਅ ਵਰਕਪਲੇਸ। ਤੇ ਉਹਨਾਂ ਨੇ ਕਿਹਾ ਸੀ ਨੌਲੇਜ ਇਕਨੋਮੀ ਦਾ ਮਤਲਬ ਕੀ ਹੈ? ਨੌਲੇਜ ਇਕਨੋਮੀ ਦਾ ਕੀ ਮਤਲਬ ਸੀਗਾ? ਡਾਟਾ ਕਲੈਕਸ਼ਨ ਰੈਦਰ ਦੈਨ ਮੋਰ ਪ੍ਰੋਡਕਸ਼ਨ। ਮਤਲਬ ਉਹਨਾਂ ਨੇ ਇੱਕ ਸਿਨੈਰੀਓ ਬਦਲੇ ਹੈ ਤੇ ਡੀ ਦੇ ਵਿੱਚ ਉਹਨੇ ਸਾਫ਼ ਗੱਲ ਕੀਤੀ ਹੋਈ ਹੈ, ਇਟ ਇਜ਼ ਅ ਕੀ ਫੈਕਟਰ ਡਰਾਈਵਿੰਗ ਕਰੰਟ ਡਿਵੈਲਪਮੈਂਟ ਇਨ ਦਾ ਵਰਕਪਲੇਸ। ਵਰਕਪਲੇਸ ਡਿਵੈਲਪਮੈਂਟ ਕਦੋਂ ਹੋ ਰਹੀ ਹੈ? ਜਦੋਂ ਉਹ ਡਾਟਾ ਸੈਕਟਰ ਤੇ ਫੋਕਸ ਕਰਦੇ ਪਏ ਆ ਇਨਸਟੈਡ ਆਫ ਪ੍ਰੋਡਕਸ਼ਨ। ਆ ਦੇਖੋ ਜਿਹੜੀ ਅਗਲੀ ਲਾਈਨ ਹੈ, algorithms are capable of learning from data to undertake tasks that previously needed human judgment। ਪਹਿਲੇ ਇਹਦੇ ਵਿੱਚ ਕਿੰਨੀ ਜ਼ਰੂਰਤ ਹੁੰਦੀ ਸੀ ਬੰਦੇ ਦੇ ਜੱਜਮੈਂਟ ਕਰਨ ਦੀ ਵਿੱਚ, ਠੀਕ ਹੈ? such as reading legal contracts, analyzing medical scans and gathering market intelligence। in many cases they can outperform humans। ਬੜੇ ਕੇਸਿਸ ਦੇ ਵਿੱਚ ਉਹ ਇਨਸਾਨ ਨੂੰ ਆਊਟ ਪਰਫਾਰਮ ਕਰ ਸਕਦੇ। ਵਾਟ ਇਜ਼ ਦ ਮੀਨਿੰਗ ਆਫ ਆਊਟ ਪਰਫਾਰਮ? ਆਊਟ ਨੰਬਰ ਕਰਨਾ, ਅੱਗੇ ਆਊਟ ਵੇ, ਆਊਟ ਰੈਂਕ, ਬੰਦੇ ਤੋਂ ਅੱਗੇ ਲੰਘ ਜਾਣਾ।
ठीक है। एंड ऑर्गेनाइजेशन आर अट्रैक्टेड टू यूजिंग एल्गोरिदम बिकॉज दे वांट टू मेक चॉइसेस बेस्ड ऑन व्हाट दे कंसीडर इज परफेक्ट इन्फॉर्मेशन। मतलब नवी चीज की गल की गई है कि ਇਹਦੇ ਨਾਲ इंसान की ताकत पिछे हो जाएगी, एल्गोरिदम की ताकत अगे आ जाएगी। क्लीयर इट इज 100% क्लीयर? जे किते कन्फ्यूजन होंदी होए तुसीं आ भी देख लो कि पहले ਜਿਹੜੇ ਤਿੰਨ ਹੈ ਉਹ ਕਿਤੇ ਆਏ ਹੀ ਨਹੀਂ। ਨਾ ਤਾਂ ਉਹਨਾਂ ਨੇ ਡਿੱਗਣ ਦੀ ਗੱਲ ਕੀਤੀ ਐਜੂਕੇਸ਼ਨ ਸੈਕਟਰ ਦੇ, ਸੌਰੀ ਪ੍ਰੋਡਕਸ਼ਨ ਸੈਕਟਰ ਦੇ, ਨਾ ਹੀ ਉਹਨੇ ਐਟੀਟਿਊਡ ਬਦਲਣ ਦੀ ਗੱਲ ਕੀਤੀ, ਨਾ ਹੀ ਉਸ ਬੰਦੇ ਨੇ ਇਨਫਲੂਐਂਸ ਦੀ ਕੋਈ ਗੱਲ ਕੀਤੀ। ਸੋ ਜੇ ਤਿੰਨ ਆਟੋਮੈਟਿਕਲੀ ਨੋਟ ਗਿਵਨ ਜਾਂ ਫਾਲਸ ਚਲੇ ਗਏ, ਟਰੂ ਆਪਣੇ ਕੋਲ ਇੱਕ ਹੀ ਬਚਿਆ। ਜ਼ਰੂਰੀ ਨਹੀਂ ਹੁੰਦਾ ਹਰ ਵਾਰ ਤੁਹਾਨੂੰ ਪਰਫੈਕਟ ਆਨਸਰ ਮਿਲੇ ਹੀ ਮਿਲੇ, ਠੀਕ ਹੈ। ਕਿਤੇ ਨਾ ਕਿਤੇ ਤੁਹਾਨੂੰ ਇਹ ਸਿਸਟਮ ਯੂਜ਼ ਕਰਨੇ ਪੈਂਦੇ ਹੈ, ਠੀਕ ਹੈ, ਕਿਉਂਕਿ ਹਰ ਬੱਚੇ ਦੀ ਆਪਣੀ ਪਰਸੈਪਸ਼ਨ ਹੁੰਦੀ ਹੈ। ਕੋਈ 8 ਬੈਂਡ ਵਾਲਾ ਹੈ, ਕੋਈ 6 ਵਾਲਾ ਹੈ, 6 ਵਾਲੇ ਨੂੰ ਨਲਾਇਕ ਨਹੀਂ ਕਵਾਂਗੇ, ਠੀਕ ਹੈ ਨਾ। ਆਪਣਾ ਵਿਊ ਬਦਲੀਏ ਥੋੜਾ ਜਿਹਾ, ਸਮਝਣ ਦਾ ਤਰੀਕਾ ਹੈ ਹਰੇਕ ਦਾ, ਠੀਕ ਹੈ। ਨੈਕਸਟ, ਸੋ ਫਸਟ ਦਾ ਆਨਸਰ ਬੀ ਹੈ, ਸੈਕੰਡ ਦਾ ਆਨਸਰ ਡੀ ਹੈ। ਵਾਟ ਡਿਡ ਪਚੀਦੀ ਆਬਜ਼ਰਵ ਐਟ ਦਾ ਟੈਲੀਕਮਿਊਨੀਕੇਸ਼ਨ ਕੰਪਨੀ। ਸੋ ਪਚੀਦੀ ਨੇ ਟੈਲੀਕਮਿਊਨੀਕੇਸ਼ਨ ਕੰਪਨੀ ਦੇ ਕੀ ਆਬਜ਼ਰਵ ਕੀਤਾ ਜਾ ਕੇ, ਕੀ ਉਹਨੇ ਗੱਲ ਕੀਤੀ ਹੈ, ਵਾਟ ਡਿਡ, ਇਹਨੇ ਕੀ ਆਬਜ਼ਰਵ ਕੀਤਾ, ਕਿੱਥੇ, ਐਟ ਟੈਲੀਕਮਿਊਨੀਕੇਸ਼ਨ ਕੰਪਨੀ, ਟੈਲੀਕਾਮ ਦੀ ਕੰਪਨੀ ਤੇ ਇਹਨਾਂ ਨੇ ਜਾ ਕੇ ਕੀ ਆਬਜ਼ਰਵ ਕੀਤਾ। ਪੁਆਇੰਟ ਇਜ਼ ਕਲੀਅਰ ਟੂ एवरीवन। ਹੁਣ ਦੇਖੋ, ਹੁਣ ਪੈਰਾਗ੍ਰਾਫ ਪੜ੍ਹਨ ਦੀ ਜ਼ਰੂਰਤ ਹੈ ਸਾਰਾ, मतलब ऑप्शंस पढ़ने की जरूरत है पहले, बिल्कुल भी नहीं, क्योंकि उन्हें क्या टेलीकॉम कंपनी जाकर उन्होंने की महसूस किया, की ऑब्जर्व किया। सो लभो टेलीकॉम कंपनी की गल किहड़े पैराग्राफ च हुई है, हाँ जी, 5th पैराग्राफ। चलो, सो 1 2 3 4 5 ऑब्जर्व की गल कर रहा मैं। another issue is the extent to which the technology influence or even control the workforce. For over 2 years, Pachidi monitored a telecommunication company. The way telecom salespeople work is through personal and frequent contact with clients, using the benefit of experience to assess a situation and reach a decision. Decision ਤੇ ਪਹੁੰਚਣ ਦੀ ਗੱਲ ਕੀਤੀ ਹੋਈ ਹੈ, ਠੀਕ ਹੈ। ਆਨਸਰ ਕਿਤੇ ਨਾ ਕਿਤੇ ਮਿਲਣਾ ਸ਼ੁਰੂ ਹੋਇਆ। ਉਹ ਕੀ ਕਰਦੇ ਹੈ, ਬੈਨੀਫਿਟ ਲੈਂਦੇ ਪਏ ਆ ਸਾਰਾ, ਠੀਕ ਹੈ। ਬੈਨੀਫਿਟ ਲੈਣ ਤੋਂ ਬਾਅਦ ਉਹ ਕਿਸੇ ਡਿਸੀਜਨ ਤੇ ਪਹੁੰਚਣ ਦੀ ਗੱਲ ਕਰਦੇ ਪਏ ਆ, ਪਰ ਸਟੂਡੈਂਟਸ ਹਾਲੇ ਤੱਕ ਆਪਾਂ ਨੂੰ ਪ੍ਰੋਪਰ ਆਬਜ਼ਰਵੇਸ਼ਨ ਨਹੀਂ ਪਤਾ ਲੱਗ ਰਹੀ ਉਹਦੀ। ਇਹਦਾ ਮਤਲਬ ਆਪਾਂ ਨੂੰ ਹੋਰ ਪੜ੍ਹਨਾ ਪਊਗਾ ਇਹ ਪੈਰਾਗ੍ਰਾਫ। However, the company has started using an algorithm that defined when account managers should contact certain customers about which kind of campaigns and what to offer them. The algorithm, usually built by external designers, often become the keeper of knowledge. She explains, in cases like Pachidi believes a short-sighted, हाले तक observation दी मैनू proper गल नहीं विखदी पई, ठीक है। लास्ट पैराग्राफ दी फर्स्ट लाइन दे ऊपर ही उन्हें कहता Pachidi and colleagues even observed people। आ गया ऑब्जर्वेशंस, ਹੁਣ ਜਾ ਕੇ ਆਪਾਂ ਨੂੰ ਆਬਜ਼ਰਵੇਸ਼ਨ ਮਿਲੀ ਹੈ। observed people developing strategies to make the algorithm work to their own advantage. We are seeing cases where workers feed the algorithm with false data to reach their target, she reports. ਉਹ ਕਹਿੰਦੀ ਪਈ ਆ ਮੈਂ ਲੋਕਾਂ ਨੂੰ ਵੇਖਿਆ ਜਿਹੜੇ ਐਲਗੋਰਿਦਮ ਨੂੰ ਗਲਤ ਡਾਟਾ ਹੀ ਦੇਈ ਜਾ ਰਹੇ ਹੈ ਤਾਂ ਕਿ ਉਹਨਾਂ ਨੂੰ ਉਹਨਾਂ ਦੀ ਕੀ ਮਿਲ ਸਕੇ, ਰਿਪੋਰਟ ਮਿਲ ਸਕੇ। मतलब रिपोर्ट का मतलब की होया, वो अपनी रिपोर्ट लैन दे लई, अपनी रिपोर्ट लैन दे लई एल्गोरिदम नु फॉल्स डाटा भी देई जा रहे, मतलब दे आर यूजिंग द एल्गोरिदम। सो फर्स्ट, स्टाफ डिसएग्रीइंग विद द रिकमेंडेशन ऑफ AI। 3 पैरे पढ़ लए आपां, किते स्टाफ दी डिस रिकमेंडेशन दी गल होई, सो इट इज नॉट गिवन। स्टाफ फीलिंग रिसेंटफुल अबाउट द इंटरेक्शन ऑफ AI in their work। ਉਹਨਾਂ ਨੂੰ ਸੀਗੀ ਕੋਈ ਘਬਰਾਹਟ ਕਿਸੇ ਤਰ੍ਹਾਂ ਦੀ ਕਿ AI ਸਾਡੇ ਕੰਮ 'ਚ ਆ ਗਿਆ, ਕਿਤੇ ਵੀ ਗੱਲ ਨਹੀਂ ਹੋਈ, ਨੋਟ ਗਿਵਨ। ਸਟਾਫ ਮੇਕਿੰਗ ਸ਼ੋਰ ਡੈਟ AI ਪ੍ਰੋਡਿਊਸਿਸ ਦ ਰਿਜ਼ਲਟ ਡੈਟ ਦੇ ਵਾਂਟ। ਹੋ ਸਕਦਾ ਹੈ ਆਨਸਰ ਹੋਵੇ, ਹੋ ਸਕਦਾ ਹੈ ਇਹ ਆਨਸਰ ਹੋਵੇ। ਹੁਣ ਮੈਨੂੰ ਤਾਂ ਪਤਾ ਹੈ ਕਿ ਇਹ ਆਨਸਰ ਹੈਗਾ, ਕਿਉਂਕਿ ਸਾਡੇ ਵਰਗੇ ਨੇ ਤਾਂ ਪਹਿਲਾਂ ਰੀਡਿੰਗ ਕੀਤੀ ਹੋਈ ਹੈ, ਪਰ ਤੁਹਾਨੂੰ ਕਿਵੇਂ ਕਲੀਅਰ ਹੋਊਗਾ ਇਹੀ ਆਨਸਰ ਹੈ। ਦੇਖੋ ਨਾਲ ਹੀ ਉਹਨੇ ਕਿਹਾ ਸਟਾਫ ਅਲਾਉਇੰਗ AI to carry out task they ought to do themselves। ਕਿਤੇ ਗੱਲ ਕੀਤੀ ਗਈ ਆਪਣਾ ਕੰਮ ਉਹਨਾਂ ਨੇ ਇਹਨਾਂ ਤੋਂ ਕਰਾਉਣਾ ਸ਼ੁਰੂ ਕਰਤਾ, ਕਿਤੇ ਨਹੀਂ ਗੱਲ ਕੀਤੀ ਗਈ। ਸੋ ਪਰਫੈਕਟ ਆਨਸਰ ਵਿਲ ਬੀ C। ਕਿਉਂ? ਕਿਉਂਕਿ ਕਹਿੰਦਾ ਪਿਆ ਸਟਾਫ ਮੇਕਿੰਗ ਸ਼ੋਰ ਡੈਟ AI ਪ੍ਰੋਡਿਊਸਿਸ ਦ ਰਿਜ਼ਲਟਸ ਡੈਟ ਦੇ ਵਾਂਟ। ਉਹਨਾਂ ਨੂੰ ਗਰੰਟੀ ਹੋਣੀ ਸ਼ੁਰੂ ਹੋ ਗਈ, ਸ਼ੋਰ ਕਰਨਾ ਸ਼ੁਰੂ ਕਰਤਾ
AI ਸਾਨੂੰ ਉਹੀ ਰਿਜ਼ਲਟ ਦੇ ਰਿਹਾ ਜਿਹੜੇ ਰਿਜ਼ਲਟ ਸਾਨੂੰ ਚਾਹੀਦੇ ਆ। ਕਿਉਂ? ਕਿਉਂਕਿ ਇੱਧਰ ਵੇਖੋ ਪੈਰਾਗ੍ਰਾਫ ਦੀ ਸਟਾਰਟਿੰਗ ਤੋਂ ਉਹਨੇ ਗੱਲ ਕੀਤੀ ਸੀ ਕਿ ਉਹ ਕੀ ਕਰਦੇ ਪਏ ਆ, ਲੋਕ ਆਪਣੇ ਐਡਵਾਂਟੇਜ ਦੇ ਲਈ AI ਨੂੰ ਯੂਜ਼ ਕਰਨ ਲੱਗ ਗਏ, ਆਪਣੇ ਐਡਵਾਂਟੇਜ ਦੇ ਲਈ AI ਨੂੰ ਯੂਜ਼ ਕਰਨ ਲੱਗ ਗਏ। ਵੀ ਆਰ ਸੀਇੰਗ ਕੇਸਿਸ, ਅਸੀਂ ਕਈ ਕੇਸ ਕਹਿੰਦਾ ਵੇਖਦੇ ਪਏ ਆ ਵੇਅਰ ਵਰਕਰਸ ਫੀਡ ਦਾ ਐਲਗੋਰਿਦਮ, ਜਿੱਥੇ ਵਰਕਰ ਐਲਗੋਰਿਦਮ ਨੂੰ ਡਾਟਾ ਦੇ ਰਹੇ ਹੈ ਵਿਦ ਫਾਲਸ ਡਾਟਾ, ਭਾਵੇਂ ਡਾਟਾ ਗਲਤ ਵੀ ਕਿਉਂ ਨਾ ਹੋਵੇ, ਪਰ ਉਹ ਕੀ ਕਰਦੇ ਪਏ ਨੇ, ਡਾਟਾ ਸਪਲਾਈ ਕੰਟੀਨਿਊਸਲੀ ਕਰੀ ਜਾ ਰਹੇ ਹੈ ਟੂ ਰੀਚ ਦੀਅਰ ਟਾਰਗੇਟਸ, ਤਾਂ ਕਿ ਉਹਨਾਂ ਦੇ ਆਪਣੇ ਟਾਰਗੇਟ ਪੂਰੇ ਹੋ ਸਕਣ। ਤਾਂ ਇੱਥੇ ਟਾਰਗੇਟ ਦਾ ਮਤਲਬ ਕੀ ਹੈ? ਵਾਟ ਦੇ ਵਾਂਟ। ਤੁਹਾਡਾ ਟਾਰਗੇਟ ਕੀ ਹੈ? ਆਇਲਸ ਚੋਂ ਬੈਂਡ ਆਣੇ, ਕੈਨੇਡਾ ਜਾਣਾ, ਇਹ ਤੁਹਾਡਾ ਟਾਰਗੇਟ ਆ। ਸੋ ਵਾਟ ਦੇ ਵਾਂਟ, ਟਾਰਗੇਟ ਕਲੀਅਰ ਹੋ ਗਿਆ ਸਾਰਾ ਇਹਦੇ ਨਾਲ। ਉਸ ਤੋਂ ਬਾਅਦ ਮੇਕਿੰਗ ਸ਼ੋਰ ਡੈਟ AI ਪ੍ਰੋਡਿਊਸਿਸ, AI ਦਾ ਮਤਲਬ ਕੀ ਹੈ ਇੱਥੇ? ਜਿਹੜਾ ਐਲਗੋਰਿਦਮ ਹੈ, ਕਿ ਅਸੀਂ ਭਾਵੇਂ ਗਲਤ ਡਾਟਾ ਵੀ ਇਹਨੂੰ ਪ੍ਰੋਵਾਈਡ ਕਰੀ ਚੱਲੀਏ, ਇਹ ਸਾਨੂੰ ਸਾਡਾ ਟਾਰਗੇਟ ਕੰਪਲੀਟ ਕਰਨ ਦੇ ਵਿੱਚ ਹੈਲਪਫੁਲ ਹੋਊਗਾ। ਸੋ ਕੁਐਸਚਨ ਨੰਬਰ 3 ਇਜ਼ ਕਲੀਅਰ ਟੂ एवरीवन? ਪੱਕੀ ਗੱਲ ਹੈ ਜੀ। ਐਂਡ ਲਾਸਟ ਦੇ ਵਿੱਚ ਕੀ ਹੈ? ਇਨ ਹਿਸ ਰੀਸੈਂਟਲੀ ਪਬਲਿਸ਼ਡ ਰਿਸਰਚ, ਜਿਹੜੀ ਉਹਦੀ ਹੁਣੇ ਰਿਜ਼ਲਟ ਆਇਆ ਹੈ, ਇਵੋਨ ਮੈਕਗੋ ਨੇ ਕੀ ਗੱਲ ਕਹੀ ਹੈ? ਹੁਣੇ ਕੋਈ ਡਾਟਾ ਪਬਲਿਸ਼ ਹੋਇਆ, ਇਹ ਡਾਟਾ ਕਿੰਨੇ ਪਿਆਰੇ ਬੱਚੇ ਪਬਲਿਸ਼ ਕੀਤਾ ਹੈ? ਇਵੋਨ ਮੈਕਗੋ ਨੇ। ਇਹਨਾਂ ਨੇ ਇਹਦੇ ਬਾਰੇ ਕੀ ਗੱਲ ਕੀਤੀ ਹੈ? ਇਵੋਨ ਮੈਕਗੋ ਨੇ ਇਹਦੇ ਬਾਰੇ ਕੀ ਗੱਲ ਕੀਤੀ ਹੈ, ਮਤਲਬ ਉਹਨੇ ਕੀ ਰਿਸਰਚ ਨਵੀਂ ਆਈ। ਸੋ ਆਪਾਂ ਨੂੰ ਹੁਣ ਸਾਰਾ ਪੈਰਾਗ੍ਰਾਫ ਪੜ੍ਹਨ ਦੀ ਲੋੜ ਪਊਗੀ, ਇੱਕ ਵਾਰ ਸਿੱਧਾ ਉਸ ਅੱਗੇ ਇਵੋਨ ਮੈਕਗੋ ਲੱਭਣਾ ਆਪਾਂ, ਤਾਂ ਉਹਦਾ ਰੀਸੈਂਟ ਪਬਲਿਸ਼ ਵਰਕ ਪੜ੍ਹ ਲਓ ਬਸ। ਕਿਹੜਾ ਪੈਰਾਗ੍ਰਾਫ ਹੈ ਸਟੂਡੈਂਟਸ? ਅਗਲੇ ਪੇਜ ਦਾ ਨਾ ਮੰਨਿਆ, ਠੀਕ ਹੈ, ਤੁਸੀਂ ਠੀਕ ਕਹਿ ਰਹੇ ਹੋ, 4th ਹੈ, ਪਰ 5th ਦੇ ਵਿੱਚ ਗੱਲ ਕੀਤੀ ਗਈ ਹੈ ਉਹਦੇ ਪਬਲਿਸ਼ ਡਾਟਾ ਦੀ। His recent published work. Point is clear to everyone? So, his recently published research answer the question of whether automation, AI मतलब artificial intelligence and robotics will mean a jobless future. ਕਹਿੰਦਾ ਸਾਡਾ ਆਹ ਕੰਮ ਹੈ, ਆਉਣ ਵਾਲੇ ਸਮੇਂ 'ਚ ਇਹਨੇ ਬੰਦੇ ਨੂੰ ਨੌਕਰੀਆਂ ਤੋਂ ਕੱਢ ਦੇਣਾ। ਇਹਦਾ ਮਤਲਬ ਆਹ ਹੋਊਗਾ ਕਿ ਇਹਦੇ ਨਾਲ ਨੌਕਰੀਆਂ ਖਤਮ ਬੰਦੇ ਦੀਆਂ। ਮੇਰਾ ਪੁਆਇੰਟ ਸਮਝੇ ਨਾ ਸਾਰੇ ਜਾਣੇ? ਨਾ ਇਤਨਾ ਕਲੀਅਰ ਹੋ ਗਿਆ ਸਾਰਿਆਂ ਨੂੰ ਕਿ ਉਹਨਾਂ ਨੇ ਸੋਚਿਆ ਕਿ ਇਹਦਾ ਮਤਲਬ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਨੌਕਰੀਆਂ ਖਤਮ ਹੋ ਜਾਣ। ਪਰ ਨਾਲ ਹੀ ਉਹ ਸਟੂਡੈਂਟਸ ਕੀ ਕਹਿ ਰਹੇ ਆ? ਬਾਈ ਲੁਕਿੰਗ ਐਟ ਦਾ ਕਾਜ਼ਿਸ ਆਫ ਅਨਇੰਪਲੋਇਮੈਂਟ, ਕਿਉਂਕਿ ਉਹਨਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਮਸ਼ੀਨ ਨੇ ਆ ਕੇ ਇਨਸਾਨ ਨੂੰ ਬਾਹਰ ਕੱਢਣਾ ਸ਼ੁਰੂ ਕਰਤਾ ਹੈ। ਪੁਆਇੰਟ ਇਜ਼ ਕਲੀਅਰ? ਪਰ ਹੱਲੇ ਗੱਲ ਮੁੱਕੀ ਨਹੀਂ ਸਾਰੀ, ਉਹਨੇ ਅੱਗੇ ਹਾਊਐਵਰ ਲਗਾਤਾ ਆਪਣਾ ਹਿਸਟਰੀ ਇਜ਼ ਕਲੀਅਰ ਡੈਟ ਚੇਂਜ ਕੈਨ ਮੀਨ ਰਿਡੰਡੈਂਸੀ। ਚੇਂਜ ਦੇ ਨਾਲ ਬਦਲਾਵ ਦੇ ਨਾਲ ਰਿਡੰਡੈਂਟ ਬਿਹੇਵੀਅਰ ਆਂਦਾ ਹੀ ਆਂਦਾ ਹੈ। ਬਦਲਾਵ ਦੇ ਨਾਲ ਰਿਡੰਡੈਂਟ ਬਿਹੇਵੀਅਰ ਆਂਦਾ ਹੀ ਆਂਦਾ, ਇਤਿਹਾਸ ਗਵਾਹ ਕਰਦਾ ਹੈ। ਬਟ ਹਾਊਐਵਰ ਸੋਸ਼ਲ ਪਾਲਿਸੀਜ਼, ਮਤਲਬ ਪਹਿਲੇ ਉਹਨੇ ਕਿੰਨੇ ਤੇ ਮੇਨ ਫੋਕਸ ਕੀਤਾ ਹੈ ਕਿ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਨੌਕਰੀਆਂ ਖਤਮ ਸਮਝੋ। ਮੇਰਾ ਪੁਆਇੰਟ ਸਮਝ ਲੱਗਾ ਨਾ ਸਾਰਿਆਂ ਨੂੰ ਕਿ ਨੌਕਰੀਆਂ ਖਤਮ ਸਮਝੋ। ਪਰ ਉਹ ਕਹਿੰਦੇ ਸੋਸ਼ਲ ਪਾਲਿਸੀਜ਼ ਕਿ ਜਿਹੜੀਆਂ ਸਾਡੇ ਕੋਲ ਸੋਸ਼ਲ ਪਾਲਿਸੀਜ਼ ਆਉਣਗੀਆਂ, ਠੀਕ ਹੈ, ਕੈਨ ਟੈਕਲ ਦਿਸ ਥਰੂ ਰੀਟ੍ਰੇਨਿੰਗ ਐਂਡ ਰੀਡਿਪਲੋਇਮੈਂਟ। ਕਹਿੰਦਾ ਮੰਨਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਜੌਬਲੈਸ ਫਿਊਚਰ ਆਊਗਾ ਹੀ ਆਊਗਾ, ਪਰ ਸੋਸ਼ਲ ਜਿਹੜੀਆਂ ਪਾਲਿਸੀਜ਼ ਨੇ ਇਹਦੇ ਨਾਲ ਆਪਾਂ ਇਨਸਾਨ ਨੂੰ ਦੁਬਾਰਾ ਤੋਂ ਕੀ ਦੇ ਸਕਾਂਗੇ? ਟ੍ਰੇਨਿੰਗ, ਰੀਟ੍ਰੇਨਿੰਗ ਮਤਲਬ ਦੁਬਾਰਾ ਤੋਂ ਟ੍ਰੇਨਿੰਗ ਦੇਣਾ, ਐਂਡ ਰੀਡਿਪਲੋਇਮੈਂਟ ਦੁਬਾਰਾ ਤੋਂ ਉਹਨਾਂ ਨੂੰ ਕਿਸੇ ਕੰਮ ਤੇ ਲਗਾਉਣਾ, ਡੈਟ ਇਜ਼ ਨੋਨ ਐਜ਼ ਡਿਪਲੋਇਮੈਂਟ। ਇਹਦਾ ਮਤਲਬ ਬੰਦੇ ਨੂੰ ਦੁਬਾਰਾ ਤੋਂ ਨੌਕਰੀ ਦੇ ਕੇ ਤੇ ਉਹਨੂੰ ਦੁਬਾਰਾ ਤੋਂ ਇੱਕ ਕੰਮ ਤੇ ਲਗਾ ਕੇ ਆਪਾਂ ਨੌਕਰੀਆਂ ਨੂੰ ਬਚਾ ਸਕਦੇ ਹਾਂ, ਆਪਾਂ ਜੌਬਲੈਸ ਫਿਊਚਰ ਤੋਂ ਬਚ ਸਕਦੇ ਹਾਂ। ਪੁਆਇੰਟ ਇਜ਼ ਕਲੀਅਰ ਟੂ ਐਵਰੀਵਨ? ਚਲੋ ਹੁਣ ਆਨਸਰ ਫਾਈਂਡ ਕਰ ਲਓ ਕਿਹੜਾ। ਚੈਲੰਜਿਸ ਦਾ ਆਈਡੀਆ ਡੈਟ ਰਿਡੰਡੈਂਸੀ ਇਜ਼ ਅ ਨੈਗੇਟਿਵ ਥਿੰਗ। ਕਿਤੇ ਵੀ ਉਹਨੇ ਰਿਡੰਡੈਂਸੀ ਦੀ ਗੱਲ ਜ਼ਰੂਰ ਹੋਈ ਹੈ, ਪਰ ਉਹਨੇ ਇਹ ਗੱਲ ਕਹੀ ਹੈ ਨੈਗੇਟਿਵ ਹੈ। ਸੋ ਆਨਸਰ ਕਿੱਧਰ ਗਿਆ ਚਲਾ? ਨੋਟ ਗਿਵਨ। ਦੇਖੋ ਨਾਲ ਟਰੂ ਫਾਲਸ ਚੱਲ ਰਹੀ ਹੈ, ਕਲੀਅਰ ਕੱਟ ਟਰੂ ਫਾਲਸ ਚੱਲ ਰਿਹਾ ਨਾਲ। ਤਾਂ ਹੀ ਮੈਂ ਕਹਿੰਦਾ ਹਰ ਵਾਰ ਕਿ ਜਿਹੜੇ ਮੇਰੇ ਤਰੀਕੇ ਨੇ ਉਹ ਪਹਿਲੇ ਟਰੂ ਫਾਲਸ ਸਾਨੂੰ ਕਰਵਾਉਣਗੇ, ਫਿਰ ਤੁਹਾਨੂੰ MCQ 'ਚ ਲੈ ਕੇ ਆਉਣਗੇ। ਕੋਈ ਧੱਕਾ ਨਹੀਂ ਹੈਗਾ ਕਿ MCQ ਨੂੰ ਐਵੇਂ ਕਰ ਲਓ ਐਵੇਂ ਕਰ ਲਓ। ਹਰ ਕਿਸੇ ਦੀ ਇੰਗਲਿਸ਼ ਇੰਨੀ ਵਧੀਆ ਨਹੀਂ ਹੁੰਦੀ ਕਿ 1 ਮਿੰਟ ਦੇ ਵਿੱਚ ਉਹ ਸਿਨੋਨਿਮ ਨੂੰ ਫਾਈਂਡ ਕਰ ਲੇ। ਇਹ ਕਿਤੇ ਨਾ ਕਿਤੇ ਗੋਡ ਗਿਫਟਡ ਚੀਜ਼ ਹੈ, ਠੀਕ ਹੈ। ਉਸ ਤੋਂ ਬਾਅਦ ਸ਼ੋਜ਼ ਦਾ ਪ੍ਰੋਫਾਊਂਡ ਇਫੈਕਟ ਆਫ ਮਾਸ ਅਨਇੰਪਲੋਇਮੈਂਟ ਔਨ ਸੋਸਾਇਟੀ। ਉਹਨੇ ਆਹ ਗੱਲ ਕੀਤੀ ਹੈ ਆਉਣ ਵਾਲੇ ਸਮੇਂ 'ਚ ਅਨਇੰਪਲੋਇਮੈਂਟ ਆ ਸਕਦੀ ਹੈ, ਪਰ ਉਹਨੇ ਆਹ ਗੱਲ ਕੀਤੀ ਇਹਦਾ ਕੋਈ ਇਫੈਕਟ ਪਊਗਾ। ਪ੍ਰੋਫਾਊਂਡ ਇਫੈਕਟ ਮਤਲਬ ਬਹੁਤ ਡੂੰਘਾ ਇਫੈਕਟ। ਉਹਨੇ ਕਿਤੇ ਗੱਲ ਕੀਤੀ ਕੋਈ ਪ੍ਰਭਾਵ ਪਊਗਾ, ਉਹਨੇ ਸਿੰਪਲ ਦੀ ਗੱਲ ਨਹੀਂ ਕੀਤੀ, ਪ੍ਰੋਫਾਊਂਡ ਦੀ ਸਵਾਹ ਕਰੂਗਾ। ਸੋ ਇਹ ਵੀ ਨੋਟ ਗਿਵਨ ਚਲਾ ਗਿਆ, ਨੋਟ ਗਿਵਨ ਚਲਾ ਗਿਆ ਜੀ।
ਹਾਈਲਾਈਟ ਸਮ ਡਿਫਰੈਂਸਿਸ ਬਿਟਵੀਨ ਪਾਸਟ ਐਂਡ ਫਿਊਚਰ ਜੌਬ ਲੌਸਸ। ਕਿਤੇ ਪਾਸਟ ਐਂਡ ਫਿਊਚਰ ਦੀ ਗੱਲ ਕੀਤੀ ਉਹਨੇ, ਤਿੰਨ ਤਾਂ ਆਪਾਂ ਨੋਟ ਗਿਵਨ ਚ ਲੈ ਗਏ, ਤਾਂ ਮਤਲਬ ਚੌਥਾ ਆਨਸਰ ਹੈ, ਪਰ ਕਿਉਂ ਹੈ ਦੇਖ ਲਓ। ਇਲੂਸਟ੍ਰੇਟਸ ਹਾਊ ਚੇਂਜਿਸ ਇਨ ਦਾ ਜੌਬ ਮਾਰਕੀਟ ਕੈਨ ਬੀ ਸਕਸੈਸਫੁਲੀ, ਜੌਬ ਮਾਰਕੀਟ ਦੇ ਵਿੱਚ ਚੇਂਜਿਸ ਕਿਵੇਂ ਸਕਸੈਸਫੁਲੀ ਹੈਂਡਲਡ ਹੋਣਗੀਆਂ, ਕਿਵੇਂ ਹੋਣਗੀਆਂ, ਬਾਈ ਰੀਟ੍ਰੇਨਿੰਗ ਐਂਡ ਰੀਡਿਪਲੋਇਮੈਂਟ। ਸੋ ਆਨਸਰ ਵਿਲ ਬੀ ਡੀ। ਸੋ 4 MCQ ਆਪਾਂ ਕੀਤੇ, ਕਿਤੇ ਵੀ ਪ੍ਰੋਬਲਮ ਆਈ ਕੋਈ, ਸਿੰਪਲ, ਵੈਰੀ ਸਿੰਪਲ, ਠੀਕ ਹੈ, ਸਿੰਪਲੀਸਿਟੀ ਹੈ, ਬਸ ਉਹ ਦੇਖੀ ਚੱਲੋ। ਮੈਂ ਓਪਨ ਕਹਿਣਾ ਇਹਦੀਆਂ ਟਿਪਸ ਐਂਡ ਟ੍ਰਿਕਸ ਹੈਗੀਆਂ ਤੇ ਉਹ ਆਹੀ ਨੇ। ਹਰ ਬੱਚੇ ਨੂੰ ਸਿਨੋਨਿਮ ਦਾ ਨਹੀਂ ਪਤਾ ਹੁੰਦਾ, ਫਿਰ ਆਪਾਂ ਵਿੱਚ ਸਕੂਲਾਂ ਦੇ ਡਿਫਰੈਂਸ ਵਾੜ ਦਿੰਨੇ ਆ, ਤੂੰ ਇੰਗਲਿਸ਼ ਮੀਡੀਅਮ ਤੋਂ ਪੜ੍ਹਿਆ, ਤੂੰ ਪੰਜਾਬੀ ਤੋਂ ਪੜ੍ਹਿਆ, ਤੂੰ ਹਿੰਦੀ ਤੋਂ ਪੜ੍ਹਿਆ, ਇਹ ਤਾਂ ਗੱਲਾਂ ਹੀ ਗਲਤ ਨੇ। ਇਨਸਾਨ ਚਾਹੇ ਤੇ ਉਹ ਕੀ ਨਹੀਂ ਕਰ ਸਕਦਾ, ਬਸ ਡੀਮੋਟੀਵੇਟਿਡ ਨਾ ਰਿਹਾ ਕਰੋ, ਮੋਟੀਵੇਟਿਡ ਰਿਹਾ ਕਰੋ। ਆਹ ਤਰੀਕਾ ਹੈ ਕਰਨ ਦਾ MCQ। ਸੋ ਇਜ਼ ਇਟ ਕਲੀਅਰ ਟੂ एवरीवन? ਇਹਦੇ ਨਾਲ ਹੀ ਹਲੇ ਆਪਣੀ ਬ੍ਰੇਕ ਨਹੀਂ ਲੱਗੀ। ਆਹ ਵੀਡੀਓ ਦੇ ਵਿੱਚ ਆਪਾਂ ਮਲਟੀਪਲ ਚੁਆਇਸ ਵੀ ਨਾਲੋਂ ਨਾਲ ਸਮਰੀ ਬਲੈਂਕਸ ਵੀ ਨਾਲੋਂ ਨਾਲ ਕਰਕੇ ਹੀ ਬ੍ਰੇਕ ਲਗਾਵਾਂਗੇ, ਕਿਉਂਕਿ ਮੈਕਸਿਮਮ ਜਿਹੜਾ ਮਲਟੀਪਲ ਚੁਆਇਸ ਹੈ ਉਹ ਸਮਰੀ ਬਲੈਂਕਸ ਨਾਲ ਲੈ ਕੇ ਆਂਦਾ ਹੀ ਆਂਦਾ। ਐਂਡ ਸਮਰੀ ਬਲੈਂਕਸ ਦਾ ਮਤਲਬ ਕੀ ਹੁੰਦਾ? ਸਿਨੋਨਿਮ ਬਲੈਂਕਸ। ਕਈ ਵਾਰ ਸਿਨੋਨਿਮ ਹੁੰਦੇ ਆ, ਆਨਸਰ ਕੁਝ ਹੋਰ ਦਿੱਤਾ ਹੁੰਦਾ, ਉਹਦੇ ਨਾਲ ਲੱਗਦਾ ਆਪਾਂ ਆਨਸਰ ਦੇਣਾ ਹੁੰਦਾ। ਬਸ ਮੇਰਾ ਪੁਆਇੰਟ ਸਮਝ ਲੱਗਾ ਨਾ ਸਾਰੇ? ਆਨਸਰ ਦੱਸੋ, ਉਹਨੇ ਲਿਖਿਆ ਹੋਇਆ ਪੈਰਾਗ੍ਰਾਫ 'ਚ ਹਿੰਦੁਸਤਾਨ, ਕੀ ਪਤਾ ਆਨਸਰ 'ਚ ਲਿਖਿਆ ਹੋਇਆ ਇੰਡੀਆ, ਬਸ ਇੰਨਾ ਕੁ ਫਰਕ ਹੈ, ਠੀਕ ਹੈ ਨਾ। ਉਧਰ ਉਹਨੇ ਲਿਖਿਆ ਹੋਇਆ UK, ਇੱਧਰ ਉਹਨੇ ਲਿਖਤਾ ਹੋਇਆ ਇੰਗਲੈਂਡ ਦੇ ਏਰੀਆਸ। ਪੁਆਇੰਟ ਕਲੀਅਰ ਹੋਇਆ ਨਾ ਸਾਰਿਆਂ? ਇਹਨੂੰ ਕਹਿੰਦੇ ਆ ਸਿਨੋਨਿਮ ਬਲੈਂਕ, ਸਮਰੀ ਬਲੈਂਕ। ਲੋਕ ਡਰਦੇ ਆ ਇਹਨੂੰ ਕਰਨ ਤੋਂ, ਤੇ ਤੁਹਾਡਾ ਡਰ ਹੀ ਤੁਹਾਨੂੰ ਉੱਠਾ ਨਹੀਂ ਦਿੰਦਾ। ਸਭ ਤੋਂ ਵੱਡਾ ਦੁਸ਼ਮਣ ਤੁਹਾਡਾ ਡਰ ਹੀ ਹੈ। ਨਾ ਡਰੋ ਕਰਨ, ਠੀਕ ਹੈ ਨਾ। ਜਿਹੜੇ ਕਰ ਗਏ ਉਹ ਵੀ ਕੋਈ ਬਹੁਤੇ ਹੁਸ਼ਿਆਰ ਨਹੀਂ ਸੀਗੇ, ਜਿਹੜੇ ਕਰਨਗੇ ਕੀ ਪਤਾ ਉਹ ਜ਼ਿਆਦਾ ਹੁਸ਼ਿਆਰ। ਓਕੇ, ਸੋ the algorithmication of jobs, algorithmication of jobs, ਜੇ ਤੁਹਾਨੂੰ ਯਾਦ ਆਵੇ ਸੈਕਿੰਡ ਪਤਾ ਨਹੀਂ ਥਰਡ ਪੈਰਾਗ੍ਰਾਫ 'ਚ ਆਪਾਂ ਵਰਡ ਪੜ੍ਹ ਕੇ ਆਏ ਆ। ਕਿਹੜੇ ਪੈਰਾਗ੍ਰਾਫ 'ਚ ਪੜ੍ਹੇ, ਸੈਕਿੰਡ ਕਿ ਥਰਡ? ਸੈਕਿੰਡ। ਰੁਕੋ ਮੈਨੂੰ ਨਾਲ ਨਾਲ ਓਪਨ ਕਰ ਲੈਣ ਦਿਓ ਸੈਕਿੰਡ। the algorithmication of jobs, ਸੈਕਿੰਡ ਪੈਰਾਗ੍ਰਾਫ, ਸੈਕਿੰਡ ਲਾਈਨ, ਠੀਕ ਹੈ ਜੀ। ਇਹਦੇ ਵਿੱਚ ਗੱਲ ਕੀਤੀ ਸੀ ਆਪਾਂ। ਸਟੈਲਾ 25D of Cambridge Judge Business School has been focusing on the algorithmication of jobs which rely not on production but on a dash। ਮੈਨੂੰ ਤਾਂ ਲੱਗਦਾ ਆਨਸਰ ਲੱਭਣ ਦੀ ਲੋੜ ਹੀ ਨਹੀਂ। ਇਹਨੂੰ ਕਹਿੰਦੇ ਆ MCQ ਦੀ ਪਾਵਰ। ਉਹਨੇ ਕਿਹਾ ਸੀ ਪ੍ਰੋਡਕਸ਼ਨ ਤੇ ਫੋਕਸ ਨਾ ਕਰੋ, ਡਾਟਾ ਕਲੈਕਟ ਕਰਕੇ ਲਿਆਓ ਡਾਟਾ, ਤੇ ਇੱਧਰ ਡਾਟਾ ਦਾ ਆਨਸਰ ਕੀ ਹੈ? ਇਨਫੋਰਮੇਸ਼ਨ। ਸੋ ਫਸਟ ਦਾ ਆਨਸਰ ਕੀ ਹੈ? ਜੀ। ਮੈਨੂੰ ਨਹੀਂ ਲੱਗਦਾ ਮਗਰੋਂ ਪੜਨ ਦੀ ਲੋੜ ਪਈ ਆਪਾਂ ਨੂੰ। ਮੰਨਿਆ ਪਹਿਲੇ ਟਾਈਮ ਲਗਾ ਲਿਆ, ਪੇਪਰ ਦੇ ਵਿੱਚ ਵੀ MCQ ਕਰਨ ਦੇ ਟਾਈਮ ਲੱਗੂਗਾ ਹੀ ਲੱਗੂਗਾ। ਜੇ ਬਾਕੀ ਕੁਐਸਚਨ ਹੋਣ ਤੇ 1 ਮਿੰਟ ਲੈਂਦੇ 2 ਮਿੰਟ ਲਊਗਾ ਹੀ, ਪਰ ਅੱਗੋਂ ਸਮਾਂ ਬਚੂਗਾ। ਪੜਦੇ ਪੜਦੇ ਆਨਸਰ ਮਿਲਿਆ, ਵਿਦਿਨ 1 or 3 ਸੈਕਿੰਡ ਵੀ ਹੈਵ ਡਿਲੀਵਰਡ ਦੀ ਆਨਸਰ। ਕਲੀਅਰ ਟੂ एवरीवन? ਉਹੀ ਗੱਲ ਆ ਗਈ ਕਿ ਉਹ ਤੁਹਾਨੂੰ ਕਹੂਗਾ ਇੰਡੀਆ ਹੈ, ਇਹ ਤੁਹਾਨੂੰ ਕਹੂਗਾ ਹਿੰਦੁਸਤਾਨ। ਇਜ਼ ਇਟ ਕਲੀਅਰ? Next, while monitoring a telecommunication company, ਜੇ ਤੁਹਾਡੇ ਦਿਮਾਗ 'ਚ ਇੱਕ ਗੱਲ ਆਂਦੀ ਹੋਏ, ਟੈਲੀਕਮਿਊਨੀਕੇਸ਼ਨ ਕੰਪਨੀ 'ਚ ਕੁਝ ਆਬਜ਼ਰਵ ਉਹਦੇ ਕਲੀਗ ਨੇ ਕੀਤਾ ਸੀਗਾ, ਠੀਕ ਹੈ। Pachidi observed a growing dash on the recommendations made by AI as workers began to learn through the algorithm ICE। ਲਾਈਨ ਪੜੋ ਦੁਬਾਰ ਤੋਂ। Pachidi observed a growing dash on the recommendation made by AI, ਕਿ AI ਨੇ ਜਿਹੜੀ ਰਿਕਮੈਂਡੇਸ਼ਨ ਦਿੱਤੀ ਵਰਕਰ ਨੇ ਉਹਦੇ ਉੱਤੇ ਕੀ ਕਰਨਾ ਸ਼ੁਰੂ ਕਰਤਾ। ਵਰਕਰਸ ਨੇ ਉਹਦੇ ਉੱਤੇ ਕੀ ਕਰਨਾ ਸ਼ੁਰੂ ਕਰਤਾ। ਤੇ ਜੇ ਕਾਕੇ ਮੇਰੀ ਗੱਲ ਸੁਣੋ ਨਾ, ਟੈਲੀਕਾਮ ਕੰਪਨੀ ਦੀ ਗੱਲ ਕਿਹੜੇ ਪੈਰਾਗ੍ਰਾਫ 'ਚ ਹੋਈ ਸੀ? ਇੱਕ ਮਿੰਟ 5th 6th 7th 3 'ਚ ਗੱਲ ਹੁੰਦੀ ਰਹੀ ਟੈਲੀਕਾਮ ਦੀ। ਆਪਾਂ ਨੂੰ ਆਨਸਰ 7 'ਚੋਂ ਮਿਲਿਆ ਸੀ, ਪਰ ਟੈਲੀਕਾਮ ਦੀ ਗੱਲ ਤਾਂ 3 'ਚ ਹੁੰਦੀ ਰਹੀ। ਪਰ ਇਸ ਵਾਰ ਉਹ ਕੀ ਕਹਿ ਰਹੇ ਹੈ? Pachidi observed a growing dash, ਕੋਈ ਚੀਜ਼ ਵੱਧ ਰਹੀ ਹੈ, ਕੋਈ ਚੀਜ਼ ਵੱਧ ਰਹੀ ਹੈ। ਕੀ ਵੱਧ ਰਹੀ ਹੈ? Other become the keeper of knowledge, she explains। Pachidi believes a short-sighted view begins to creep into working practices whereby workers